ਹੈਲੋ एवरीवन ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਲਾਸ 6 ਦੇਖਾਂਗੇ। ਇਸ ਵਿੱਚ ਅਕਾਊਂਟਿੰਗ ਸਟੈਂਡਰਡ ਪੜਾਂਗੇ। ਮਗਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਆਪਣਾ ਆਲਰੇਡੀ PSSB ਕਲਰਕ ਦੇ ਜਿਹੜੇ ਕੋਰਸਿਸ ਹੈ ਉਹ ਸਟਾਰਟ ਹੋ ਰਹੇ ਨੇ। 1 ਨਵੰਬਰ ਤੋਂ ਲਾਈਵ ਬੈਚਸ ਸਟਾਰਟ ਹੋ ਜਾਣੇ ਨੇ। ਆਪਣੀ ਤਿਆਰੀ ਨੂੰ ਪੱਕਾ ਕਰੋ। ਕਿਸੇ ਨੂੰ ਬੁਲੀ ਕਰਨਾ, ਕਿਸੇ ਨੂੰ ਟਰੋਲ ਕਰਨਾ ਹੈ ਨਾ, ਜੇ ਤੁਹਾਡਿਆਂ ਵਿੱਚੋਂ ਜੇ ਕਾਫੀ ਬੱਚੇ ਜੇ ਨਹੀਂ ਕਰਦੇ ਬਹੁਤ ਅੱਛੀ ਗੱਲ ਹੈ। ਜੇ ਕਈ ਕਰਦੇ ਨੇ ਆਪਣੇ ਆਪ ਨੂੰ ਸਾਈਡ ਤੇ ਕਰ ਦਿਓ, ਕਿਉਂਕਿ ਜਿਹੜੇ ਬੱਚੇ ਸਿਲੈਕਟ ਹੋ ਰਹੇ ਨੇ ਨਾ ਉਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਤਾਂ ਆਪਣਾ ਮਤਲਬ ਲਾਈਫ 'ਚ ਸੈੱਟ ਹੋਣ ਜਾ ਰਹੇ ਨੇ। ਤੁਸੀਂ ਸੈੱਟ ਹੋਣਾ ਨਹੀਂ ਹੋਣਾ ਨਾ ਤੁਹਾਨੇ। ਤਾਂ ਜੇ ਤੁਹਾਡੇ ਲਈ ਅਸੀਂ ਪਲੈਟਫਾਰਮ ਤਿਆਰ ਕੀਤਾ ਹੈ, ਜੇ ਤੁਹਾਡੇ ਲਈ ਅਸੀਂ ਕੋਰਸਿਸ ਤਿਆਰ ਕਰ ਰਹੇ, ਆਪਣਾ ਸਿਰਫ ਤੋਂ ਸਿਰਫ ਫੋਕਸ ਉਹਦੇ ਉੱਪਰ ਲਗਾਓ। ਫਾਲਤੂ ਦੀ ਚੈਟ ਨਹੀਂ ਪੜ੍ਹਨੀ ਤੁਹਾਨੇ। ਮੈਂ ਜੋ ਵੀ ਇੱਕ ਗੱਲ ਕਹਿ ਰਿਹਾ ਉਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। ਸਿਰਫ ਆਪਣਾ ਫੋਕਸ ਲਗਾਓ। ਤੁਹਾਨੂੰ ਜਿਹੜਾ ਵੀ ਪਲੈਟਫਾਰਮ ਸਹੀ ਲੱਗਦਾ ਹੈ ਨਾ, ਉੱਥੇ ਜਾ ਕੇ ਆਪਣੀ ਤਿਆਰੀ ਕਰੋ। ਫਾਲਤੂ ਡਿਸਕਸ਼ਨ 'ਚ ਪੈਣ ਦੀ ਲੋੜ ਨਹੀਂ। ਕਿਸੇ ਨੂੰ ਜੇ ਕੋਈ ਮੰਨ ਲਓ ਕੋਈ ਮਿਸਟੇਕ ਹੋ ਜਾਂਦੀ ਹੈ ਨਾ, ਉਸ ਨੂੰ ਬੁੱਲੀ ਕਰਨ ਦੀ ਲੋੜ ਨਹੀਂ। ਤੁਸੀਂ ਕ੍ਰਿਟਿਸਿਜ਼ਮ ਕਰਨਾ ਕਿਸੇ ਦਾ ਤਾਂ ਉਸਦੇ ਕੰਮ ਨੂੰ ਕਰੋ। ਉਸਦੇ ਕੰਮ 'ਚ ਦੱਸੋ ਕਿ ਸਰ ਇਹ ਤੁਸੀਂ ਜਿਹੜੀ ਸਮਝਾਈ ਇਹ ਸਾਨੂੰ ਕਲੀਅਰ ਸਮਝ ਨਹੀਂ ਆਈ, ਤੁਸੀਂ ਇਹਨੂੰ ਦੁਬਾਰਾ ਸਮਝਾ ਦਿਓ, ਹੈ ਨਾ। ਉਹਦੀ ਕੁਆਲੀਫਿਕੇਸ਼ਨ ਨੂੰ ਲੈ ਕੇ ਜਾਂ ਉਹਦੀ ਕੈਪੇਬਿਲਿਟੀ ਨੂੰ ਲੈ ਕੇ ਨਹੀਂ ਜੱਜ ਕਰਨ ਬੈ ਜਾਣਾ। ਇਹ ਤੁਹਾਡਾ ਕੰਮ ਨਹੀਂ ਹੈ। ਤੁਸੀਂ ਸਟੂਡੈਂਟ ਹੋ, ਤੁਸੀਂ ਆਪਣੀ ਤਿਆਰੀ ਵੱਲ ਧਿਆਨ ਦਿਓ। ਇਨ ਦਾ ਐਂਡ ਤੁਸੀਂ ਆਪਣੇ ਆਪ ਨਾਲ ਜੀਣਾ। ਇਨ ਦਾ ਐਂਡ ਤੁਹਾਨੂੰ ਆਪਣਾ ਕਰੀਅਰ ਆਪ ਬਣਾਉਣਾ। ਸਾਡਾ ਕੀ ਹੈ, ਸਿਰਫ ਪੜ੍ਹਾ ਕੇ ਅੱਗੇ ਨਿਕਲ ਜਾਣਾ। ਸੋ ਇਹ ਤੁਹਾਡੇ ਫਾਇਦੇ ਲਈ ਹੈ। ਜਿਹੜੇ ਬੱਚੇ ਨਹੀਂ ਕਰਦੇ, ਸਾਇਲੈਂਟ ਰਹਿੰਦੇ ਨੇ, ਆਪਣੀ ਤਿਆਰੀ ਨੂੰ ਵੱਲ ਫੋਕਸ ਕਰਦੇ ਨੇ, ਹੋਰ ਮਿਹਨਤ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਜਿਹੜੇ ਹਲੇ ਵੀ ਮਤਲਬ ਆਪਣੇ ਆਪ ਨੂੰ ਇਸ ਵਿੱਚ ਆਪਣੇ ਆਪ ਨੂੰ ਇਨਵੋਲਵ ਕੀਤਾ ਹੋਇਆ, ਜੋ ਚੀਜ਼ਾਂ ਤੁਹਾਨੂੰ ਮੈਂ ਕਹਿ ਰਿਹਾ, ਉਹ ਬਹੁਤ ਗਲਤ ਰਸਤੇ ਫਸ ਜਾਣਗੇ। ਪਲੀਜ਼ ਆਪਣੇ ਆਪ ਨੂੰ ਇਸ ਵਿੱਚ ਨਾ ਫਸਾਓ। ਆਪਣੇ ਆਪ ਨੂੰ ਆਪਣਾ ਫੋਕਸ ਲਗਾਓ, ਲੈਕਚਰ ਲਗਾਓ। ਜੋ ਤੁਹਾਨੂੰ ਮੈਂ ਪੁੱਛਿਆ ਉਹਦਾ ਕਮੈਂਟ ਸੈਕਸ਼ਨ 'ਚ ਜਵਾਬ ਦਿਓ, ਕਹਾਣੀ ਖਤਮ। ਲਾਸਟ ਲੈਕਚਰ ਵਿੱਚ ਇੱਕ ਜਿਹੜਾ ਲਾਸਟ MCQ ਸੀ ਉਸ ਵਿੱਚ ਮਿਸਟੇਕ ਹੋਈ ਹੈ, ਉਹ ਮੈंने ਕਰੈਕਟ ਕਰਕੇ ਉਸੇ ਕਮੈਂਟ ਸੈਕਸ਼ਨ ਵਿੱਚ ਮੈਂ ਤੁਹਾਨੂੰ ਪਾਤੀ ਹੈ। ਉਸੇ ਚੈੱਕ ਕਰ ਲਿਓ ਇੱਕ ਵਾਰੀ। ਆਈ ਥਿੰਕ ਕਲਾਸ 5th ਹੋਏਗੀ। ਡਨ। ਸੋ PSSB ਕਲਰਕ ਦੇ ਕੋਰਸਿਸ ਸਟਾਰਟ ਹੋ ਚੁੱਕੇ ਨੇ, ਜਾ ਕੇ ਜੁਆਇਨ ਕਰੋ। ਅਤੇ ਗਿਲਸ ਮੈਂਟੋਰ ਜਿਹੜਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ। ਇਹਨੂੰ ਤੁਹਾਨੂੰ ਸਬਸਕ੍ਰਾਈਬ ਕਰਕੇ ਹੀ ਰੱਖਣਾ ਹੋਏਗਾ, ਕਿਉਂਕਿ ਇਸ ਵਿੱਚ ਤੁਹਾਨੂੰ ਆਲਰੇਡੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਅੱਛੇ ਲੈਕਚਰਸ ਅਤੇ ਤੁਹਾਨੂੰ ਬਿਲਕੁਲ ਤੁਹਾਡੀ ਤਿਆਰੀ ਨੂੰ ਨਾਲ ਹੀ ਲੈ ਕੇ ਚੱਲਦੇ ਜਾਵਾਂਗੇ। ਗ੍ਰਾਫ ਤੁਹਾਡਾ ਤਿਆਰ ਹੁੰਦਾ ਜਾਏਗਾ। ਅਤੇ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲਓ। ਪਿਛਲੇ 3 ਦਿਨਾਂ ਤੋਂ ਉੱਥੇ MCQ ਸੈਸ਼ਨ ਹੋ ਰਿਹਾ। ਤੁਸੀਂ ਜਾ ਕੇ ਕੁਐਸਚਨ ਦੇਖ ਸਕਦੇ ਹੋ। ਉਸ ਕੁਐਸਚਨ ਨੂੰ ਤੁਸੀਂ ਕੰਪੈਰੀਜ਼ਨ ਕਰੋ ਬਾਕੀ ਕਿਸੇ ਵੀ ਪਲੈਟਫਾਰਮ ਨਾਲ, ਤੁਹਾਨੂੰ ਅਲੱਗ ਚੀਜ਼ ਹੀ ਦੇਖਣ ਨੂੰ ਮਿਲੇਗੀ। ਅੱਛੇ ਕੁਐਸਚਨ ਹੀ ਦੇਖਣ ਨੂੰ ਮਿਲਣਗੇ, ਕੰਸੈਪਟ ਬੇਸ ਹੀ ਦੇਖਣ ਨੂੰ ਮਿਲਣਗੇ। ਡਨ। ਸੋ ਆਪਣੀ ਤਿਆਰੀ ਨੂੰ ਪੱਕਾ ਕਰੋ। ਬਿਲਕੁਲ ਵੀ ਚਿੰਤਿਤ ਨਹੀਂ ਹੋਣਾ, ਟੈਨਸ਼ਨ ਨਹੀਂ ਲੈਣੀ ਹੈਗੀ ਕਿ ਨੋਟੀਫਿਕੇਸ਼ਨ ਦੀ ਜਾਂ ਕਿਸੇ ਚੀਜ਼ ਦੀ। ਸਿਰਫ ਆਪਣੇ ਫੋਕਸ ਲਗਾਓ, ਆਪਣੀ ਤਿਆਰੀ ਉੱਪਰ ਫੋਕਸ ਲਗਾਓ। ਜੇ ਤੁਸੀਂ ਮੋਟੀਵੇਟ ਨਹੀਂ ਹੋ ਪਾ ਰਹੇ ਤਾਂ ਕਮ ਸੇ ਕਮ ਸਵੇਰ ਤੋਂ ਜਿਹੜੇ ਤੁਸੀਂ ਸਵੇਰੇ ਕੁਝ ਸਟਾਰਟ ਕਰਦੇ ਹੋ ਨਾ, ਤਾਂ ਉਸ ਨੂੰ ਲੈ ਕੇ ਸ਼ਾਮ ਤੱਕ ਗਿਣਿਆ ਕਰੋ ਕਿ ਮੈंने ਅੱਜ ਕੀ ਕੀਤਾ। ਜੇ ਤੁਹਾਡਾ ਮਤਲਬ ਕੁਝ ਚੀਜ਼ ਦੀ ਕਮੀ ਰਹਿ ਗਈ ਤਾਂ ਕੱਲ੍ਹ ਨੂੰ ਤੁਸੀਂ ਦੁਬਾਰਾ ਕਰੋਗੇ, ਮੋਟੀਵੇਟ ਹੋਵੋਗੇ ਤੁਸੀਂ। ਇਹਦਾ ਜੇ ਆਪਾਂ ਗੱਲ ਕਰੀਏ, ਲਾਸਟ ਆਪਾਂ ਜਦੋਂ ਰਾਤ ਤੱਕ ਪਹੁੰਚਦੇ ਹਾਂ ਆਪਾਂ, ਤਾਂ ਉਦੋਂ ਤੱਕ ਜੇ ਤੁਸੀਂ ਕੁਝ ਕਰ ਪਾਏ ਹੋ, ਠੀਕ ਹੈ, ਪੂਰੇ ਦਿਨ 'ਚ ਜਾਂ 8 ਘੰਟੇ 9 ਘੰਟੇ ਪੜ੍ਹ ਪਾਏ ਹੋ, ਆਪਣੇ ਆਪ ਨੂੰ ਤੁਸੀਂ ਆਪ ਸ਼ਾਬਾਸ਼ੀ ਦੇਣੀ ਹੈ। ਇਸ ਤਰੀਕੇ ਨਾਲ ਹੀ ਲਾਈਫ ਚੱਲਣੀ ਹੈ ਆਪਣੀ। ਕੋਈ ਤੁਹਾਨੂੰ ਆ ਕੇ ਮੋਟੀਵੇਟ ਨਹੀਂ ਕਰੇਗਾ। ਕਿਸੇ ਨੇ ਮਤਲਬ ਲਿਖੀ ਹੋਈ ਚੀਜ਼ਾਂ ਤੁਹਾਨੂੰ ਜ਼ਿਆਦਾ ਮੋਟੀਵੇਟ ਨਹੀਂ ਕਰ ਪਾਉਣਗੀਆਂ। ਖੁਦ ਦੀ ਪਰਸਨੈਲਿਟੀ, ਖੁਦ ਦਾ ਮਤਲਬ ਰਿਐਲਿਟੀ, ਆਪਣੇ ਜੋ ਵੀ ਤੁਹਾਡੇ ਡਰੀਮਸ ਉਹਨੂੰ ਰਿਐਲਿਟੀ ਨਾਲ ਅਟੈਚ ਕਰ ਦਿਓ। ਸਮਝ ਗਏ? ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਅਕਾਊਂਟਿੰਗ ਸਟੈਂਡਰਡ। ਹੁਣ ਤੱਕ ਆਪਾਂ ਪੋਲਿਸੀਜ਼ ਪੜ੍ਹੀਆਂ। ਆਪਾਂ ਨੇ ਇਹ ਦੇਖਿਆ ਕਿ ਜਦੋਂ ਆਪਾਂ ਅਕਾਊਂਟਿੰਗ ਨੂੰ ਬਿਜ਼ਨਸ ਇਨਵੋਲਵ ਕਰਨਾ ਹੈ ਤਾਂ ਉਸ ਵਿੱਚ ਇਹ ਕੰਸੈਪਟ ਨੂੰ ਲੈ ਕੇ ਚੱਲਣਾ ਹੈ ਕਿ ਮਨੀ ਮੈਜ਼ਰਮੈਂਟ ਹੋਣਾ ਚਾਹੀਦਾ, ਡਿਊਲ ਐਸਪੈਕਟ ਹੋਣਾ ਚਾਹੀਦਾ, ਅਕਾਊਂਟਿੰਗ ਪੀਰੀਅਡ ਕੰਸੈਪਟ ਹੋਣਾ ਚਾਹੀਦਾ, ਹੈ ਨਾ, ਗੋਇੰਗ ਕੰਸਰਨ ਹੋਣਾ ਚਾਹੀਦਾ, ਕੰਸਿਸਟੈਂਸੀ ਹੋਣੀ ਚਾਹੀਦੀ ਹੈ। ਇਹ ਸਾਰੀ ਚੀਜ਼ਾਂ ਆਪਾਂ ਨੇ ਇਨਵੋਲਵ ਕਰਕੇ ਚੱਲੀਆਂ। ਮਗਰ ਇਹ ਚੀਜ਼ਾਂ ਨਾ ਇੱਕ ਪ੍ਰਿੰਸੀਪਲ ਬਣਾਉਂਦੀਆਂ, ਇੱਕ ਬੇਸ ਬਣਾਉਂਦੀਆਂ, ਤੁਹਾਡੇ ਬਿਜ਼ਨਸ ਨੂੰ ਸਟਾਰਟ ਕਰਨ ਦਾ ਬੇਸ ਬਣਾਉਂਦੀਆਂ। ਮਗਰ ਅੱਗੋਂ ਪ੍ਰੈਕਟੀਕਲ ਲਾਈਫ ਵਿੱਚ ਤੁਸੀਂ ਕਿਸ ਤਰ੍ਹਾਂ ਡੀਲ ਕਰਨਾ, ਟ੍ਰਾਂਜੈਕਸ਼ਨ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ, ਜੇ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਨੀ ਹੈ ਤਾਂ ਕਿਸ ਤਰ੍ਹਾਂ ਕਰਨੀ ਹੈ, ਵੈਲਿਊਏਸ਼ਨ ਕਰਨੀ ਹੈ ਸਟਾਕ ਦੀ ਤਾਂ ਕਿਸ ਤਰ੍ਹਾਂ ਕਰਨੀ ਹੈ। ਉਹ ਚੀਜ਼ਾਂ ਤਾਂ ਕੰਸੈਪਟ ਪੂਰੀ ਤਰੀਕੇ ਨਾਲ ਨਹੀਂ ਸਮਝਾ ਪਾਏਗਾ। ਉਹਦੇ ਲਈ ਤਾਂ ਪ੍ਰੋਪਰ ਸਾਨੂੰ ਕੁਝ ਬੇਸ ਚਾਹੀਦਾ, ਸਟੈਂਡਰਡ ਚਾਹੀਦੇ ਨੇ। ਤਾਂ ਉਹਦੇ ਲਈ ਹੀ ਸਟੈਂਡਰਡ ਲਿਆਉਂਦੇ ਗਏ ਨੇ, ਅਕਾਊਂਟਿੰਗ ਸਟੈਂਡਰਡ। ਯਾਨੀ ਕਿ ਤੁਹਾਨੂੰ ਪਤਾ ਜਿਹੜੀ ਅਕਾਊਂਟਿੰਗ ਹੈ ਉਹ ਲੈਂਗੁਏਜ ਹੈ ਬਿਜ਼ਨਸ ਦੀ, ਕਮਿਊਨੀਕੇਟ ਕਰਦੀ ਹੈ। ਜੋ ਵੀ ਤੁਹਾਡਾ ਫਾਈਨੈਂਸ਼ੀਅਲ ਐਕਟੀਵਿਟੀਜ਼ ਹੋਈ ਉਹਦਾ ਰਿਜ਼ਲਟ ਦੱਸਦੀ ਨਹੀਂ ਦੱਸਦੀ, ਇੱਕ ਦੂਜੇ ਨੂੰ ਦੱਸਦੀ ਹੈ। ਪੇਜ 'ਤੇ ਹੋਏ ਰਿਜ਼ਲਟ, ਯਾਨੀ ਕਿ ਪੇਜ 'ਤੇ ਤੁਹਾਨੂੰ ਗ੍ਰਾਫ ਜਿਹੜਾ ਮਿਲਦਾ ਹੈ ਜਾਂ ਪੇਜ 'ਤੇ ਤੁਹਾਨੂੰ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਮਿਲਦੀ ਹੈ, ਇੱਕ ਤਰੀਕੇ ਨਾਲ ਤੁਹਾਡੀ ਡੀਲਿੰਗ ਚੱਲ ਰਹੀ ਹੁੰਦੀ ਹੈ ਬਿਜ਼ਨਸ ਨਾਲ। ਤੁਹਾਡਾ ਬਿਜ਼ਨਸ ਦਾ ਰਿਜ਼ਲਟ ਤੁਹਾਨੂੰ ਤੁਹਾਡੇ ਹੱਥ ਵਿੱਚ ਹੁੰਦਾ। ਬਿਜ਼ਨਸ ਤੁਹਾਨੂੰ ਕਹਿ ਰਿਹਾ ਹੁੰਦਾ ਕਿ ਇਹ ਤੁਹਾਡਾ ਪ੍ਰੋਫਿਟ ਹੈ, ਇਹ ਤੁਹਾਡਾ ਨੁਕਸਾਨ ਹੈ, ਇਹ ਤੁਹਾਡੀ ਲਾਇਬਿਲਿਟੀ ਵੱਡੀ ਹੈ, ਇਹ ਤੁਹਾਡੇ ਐਸੈਟ ਵੱਧੇ ਹੈ, ਜਾਂ ਇੰਨਾ ਘਾਟਾ ਹੋ ਗਿਆ, ਇੰਨਾ ਵਾਧਾ ਹੋ ਗਿਆ। ਇੱਕ ਤਰ੍ਹਾਂ ਦੀ ਕਮਿਊਨੀਕੇਸ਼ਨ ਬੈਠਦੀ ਹੈ ਨਾ।
ਇਹੀ ਕਮਿਊਨੀਕੇਸ਼ਨ ਤੁਸੀਂ ਕਿਸੇ ਬਾਕੀ ਪਾਰਟੀਆਂ ਨਾਲ ਵੀ ਬਿਠਾਉਂਦੇ ਹੋ। ਤਾਂ ਸਭ ਤੋਂ ਵੱਡਾ ਕੰਮ ਅਕਾਊਂਟਿੰਗ ਹੀ ਕਰਦਾ ਹੈ। ਤੇ ਇਸ ਦਾ ਰੋਲ ਜੇ ਇੰਨਾ ਵੱਡਾ ਤਾਂ ਇਹਦੇ ਕੁਝ ਇਸ ਨੂੰ ਚਲਾਉਣ ਦੇ ਕੁਝ ਸਟੈਂਡਰਡਸ ਤਾਂ ਹੋਣੇ ਚਾਹੀਦੇ ਹੈ। ਕਿਉਂ ਹੋਣੇ ਚਾਹੀਦੇ ਸਟੈਂਡਰਡਸ? ਤਾਂ ਕਿ ਇਹ ਟਰਾਂਸਪੇਰੈਂਸੀ ਰਹੇ, ਧੋਖਾਧੜੀ ਘੱਟ ਹੋਵੇ। ਇੱਕ ਯੂਨੀਵਰਸਲ ਮਤਲਬ ਸਟੈਂਡਰਡਸ ਹੋਣਗੇ, ਇੱਕ ਯੂਨੀਵਰਸਲ ਸਟੈਂਡਰਡਸ ਹੋਣਗੇ ਤਾਂ ਫਾਇਦਾ ਹੀ ਹੋਏਗਾ ਨਾ। ਤੁਹਾਨੂੰ ਪਤਾ ਹੋਏਗਾ ਕਿ ਡੀਲਿੰਗ ਕਿਸ ਤਰ੍ਹਾਂ ਕਰਨੀ ਹੈ। ਤੁਸੀਂ ਬਾਕੀ ਕੰਪਨੀਆਂ ਨਾਲ ਕੰਪੇਅਰ ਕਰ ਸਕਦੇ ਹੋ ਆਪਣੀ ਟ੍ਰਾਂਜੈਕਸ਼ਨਸ ਨੂੰ, ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ। ਜੇ ਤੁਹਾਡਾ ਮਤਲਬ ਕੈਲਕੂਲੇਸ਼ਨ ਬੇਸ ਅਲੱਗ ਹੋਏਗਾ, ਬਿਲਕੁਲ ਹੀ ਅਲੱਗ ਹੋ ਜਾਏਗਾ, ਆਪਣੇ ਤਰੀਕੇ ਨਾਲ ਚਲਾਈ ਹੋਗੇ, ਇੱਕ ਸਟੈਂਡਰਡ ਨਹੀਂ ਫੋਲੋ ਕਰੋਗੇ, ਤੇ ਦੂਜੀ ਕੰਪਨੀ ਜੇ ਕੋਈ ਸਟੈਂਡਰਡ ਫੋਲੋ ਕਰ ਰਹੀ ਹੈ, ਤੁਹਾਡੇ ਦੋਨੋਂ ਦਾ ਕਦੀ ਕੰਪੈਰੀਜ਼ਨ ਹੀ ਨਹੀਂ ਹੋ ਪਾਉਣਾ। ਤੁਸੀਂ ਗਰੋਥ ਤਾਂ ਕੀ ਕਰੋਗੇ, ਹੈ ਨਾ। ਜੇ ਇਫ ਦਾ ਫਾਈਨੈਂਸ਼ੀਅਲ ਅਕਾਊਂਟਿੰਗ ਜੇ ਪ੍ਰੋਪਰਲੀ ਰੈਗੂਲੇਟ ਨਾ ਕੀਤੀ ਜਾਵੇ, ਹੈ ਨਾ, ਤੇ ਮਿਸਲੀਡ ਹੋ ਜਾਓਗੇ। ਸਮਝ ਗਏ? ਇੱਕ ਸਹੀ ਬਿਜ਼ਨਸ ਨਹੀਂ ਦੇਖਣ ਨੂੰ ਮਿਲਣੀ ਤੁਹਾਨੂੰ, ਜ਼ਿਆਦਾਤਰ ਉਹ ਝੂਠੀ ਹੋਏਗੀ ਬਿਜ਼ਨਸ। ਸਮਝ ਗਏ? ਜੇ ਆਪਾਂ ਟਰਾਂਸਪੇਰੈਂਸੀ ਲਿਆਣੀ ਹੈ, ਕੰਸਿਸਟੈਂਸੀ ਲਿਆਣੀ ਹੈ, ਕੰਪੇਅਰਬਿਲਿਟੀ ਲਿਆਉਣੀ ਹੈ, ਐਡੀਕਿਊਸੀ ਲਿਆਣੀ ਹੈ, ਤਾਂ ਇਹਨਾਂ ਚੀਜ਼ਾਂ ਲਈ ਸਾਨੂੰ ਇੱਕ ਸਟੈਂਡਰਡਾਈਜ਼ ਪ੍ਰਿੰਸੀਪਲਸ ਪੋਲਿਸੀਜ਼ ਫੋਲੋ ਕਰਨੀਆਂ ਪੈਂਦੀਆਂ। ਇਹ ਐਸੀ ਪੋਲਿਸੀਜ਼ ਜੋ ਇੱਕ ਤਰੀਕੇ ਨਾਲ ਪ੍ਰੈਕਟੀਕਲ ਅਕਾਊਂਟਿੰਗ ਟ੍ਰਾਂਜੈਕਸ਼ਨ ਵਿੱਚ ਲੋੜ ਪੈਂਦੀ ਹੈ, ਇਹਨਾਂ ਨੂੰ ਫੋਲੋ ਕਰਕੇ ਚੱਲਣਾ। ਤਾਂ ਇਹਦੇ ਲਈ ਆਪਾਂ ਅਕਾਊਂਟਿੰਗ ਸਟੈਂਡਰਡ ਫਰੇਮਵਰਕ ਲਿਆਉਣਾ, ਇੱਕ ਢਾਂਚਾ ਤਿਆਰ ਕਰਦੇ ਹਾਂ। ਹੁਣ ਜਿਵੇਂ ਵੈਬਸਾਈਟ ਹੈ, ਠੀਕ ਹੈ, ਹੁਣ ਵੈਬਸਾਈਟ ਦੇ ਕੁਝ ਰੂਲਸ ਰੈਗੂਲੇਸ਼ਨਸ ਹੁੰਦੇ ਆ, ਜਾਂ ਆਪਾਂ ਗੱਲ ਕਰ ਲਈਏ ਕਿ ਵੈਬਸਾਈਟ ਹੈ, ਜੇ ਉਸ ਨੂੰ ਲੈ ਕੇ ਕੁਛ ਨਾ ਮਤਲਬ ਉਹਨਾਂ ਨੇ ਪਹਿਲਾਂ ਹੀ ਦੱਸਿਆ ਹੁੰਦਾ ਕਿ ਜੇ ਤੁਸੀਂ ਵੈਬਸਾਈਟ ਬਣਾਉਣੀ ਹੈ ਤਾਂ ਇਸ ਤਰੀਕੇ ਨਾਲ ਬਣਾਉਣੀ, ਇਸ ਤਰੀਕੇ ਨਾਲ ਬਣਾਉਣੀ, ਇਸ ਤਰੀਕੇ ਨਾਲ ਬਣਾਉਣੀ ਹੈ। ਇਹ ਕੀ ਹੋ ਜਾਣਗੇ? ਤੁਹਾਡੇ ਕਨਸੈਪਟ ਕਨਵੈਨਸ਼ਨਸ ਹੋ ਜਾਣਗੇ। ਮਗਰ ਜੋ ਤੁਹਾਡਾ ਢਾਂਚਾ ਤਿਆਰ ਕਰਨਾ ਹੈ, ਉਸ ਵਕਤ ਜੋ ਤੁਹਾਨੂੰ ਚੀਜ਼ਾਂ ਦੀ ਲੋੜ ਪੈਂਦੀ ਹੈ, ਜਦੋਂ ਤੁਸੀਂ ਵੈਬਸਾਈਟ ਜਦੋਂ ਬਣਾਉਣੀ, ਉਸ ਵਿੱਚ ਜੋ ਤੁਹਾਨੂੰ ਚੀਜ਼ਾਂ ਦੀ ਲੋੜ ਪੈਂਦੀ ਹੈ, ਕਿਸ ਚੀਜ਼ ਕਿੱਥੇ ਰੱਖਣੀ ਹੈ, ਕਿਵੇਂ ਰੱਖਣੀ ਹੈ, ਕਿਸ ਚੀਜ਼ ਕਿਵੇਂ ਕਰਨੀ ਹੈ, ਇਹ ਤਾਂ ਤੁਹਾਨੂੰ ਅਕਾਊਂਟਿੰਗ ਸਟੈਂਡਰਡ ਦੱਸਣਗੇ। ਤਾਂ ਅਕਾਊਂਟਿੰਗ ਸਟੈਂਡਰਡ ਸਾਨੂੰ ਇੱਕ ਢਾਂਚਾ ਪ੍ਰੋਵਾਈਡ ਕਰਦੇ ਨੇ। ਸਮਝ ਗਏ? ਐਸਾ ਢਾਂਚਾ ਜਿਸ ਨਾਲ ਤੁਸੀਂ ਆਪਣੀ ਟ੍ਰਾਂਜੈਕਸ਼ਨ ਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਹੋ, ਸਹੀ ਮਤਲਬ ਕਿ ਉਸ ਨੂੰ ਸਹੀ ਤਰੀਕੇ ਨਾਲ ਵੈਲੂਏਟ ਕਰ ਸਕਦੇ ਹੋ, ਉਹਨੂੰ ਕੈਲਕੂਲੇਟ ਸਹੀ ਤਰੀਕੇ ਨਾਲ ਕਰ ਸਕਦੇ ਹੋ, ਤਾਂ ਕਿ ਤੁਸੀਂ ਜਿਹੜੀਆਂ ਡਿਫਰੈਂਟ ਫਾਈਨੈਂਸ਼ੀਅਲ ਸਟੇਟਮੈਂਟ ਬਣਦੀਆਂ ਕੰਪਨੀਆਂ ਦੀਆਂ, ਉਹਨੂੰ ਕੰਪੇਅਰ 'ਚ ਲਿਆ ਸਕੋ। ਤੁਹਾਨੂੰ ਪਤਾ ਲੱਗ ਸਕੇ ਕਿ ਜੇ ਮੈਂ ਕਿਸੇ ਦੂਸਰੀ ਫਾਈਨੈਂਸ਼ੀਅਲ ਸਟੇਟਮੈਂਟ ਨਾਲ ਇਸ ਨੂੰ ਕੰਪੇਅਰ ਕਰ ਰਿਹਾ, ਇਸ ਦਾ ਮਤਲਬ ਕਿ ਜਿਹੜੇ ਸਟੈਂਡਰਡ ਮੈਂ ਫੋਲੋ ਕਰ ਰਿਹਾ ਉਹ ਇਸੇ ਤਰੀਕੇ ਨਾਲ ਦੂਜਾ ਵੀ ਕੰਪਨੀ ਫੋਲੋ ਕਰ ਰਹੀ ਹੈ। ਸਮਝ ਗਏ? ਚਲੋ, ਅਕਾਊਂਟਿੰਗ ਸਟੈਂਡਰਡ ਡੀਲ ਕਿਹਦੇ ਨਾਲ ਕਰਦੇ? ਜੇ ਮੈਂ ਐਕਚੁਅਲ 'ਚ ਗੱਲ ਕਰਾਂ, ਜੋ ਵੀ ਤੁਹਾਡੇ ਇਵੈਂਟਸ ਹੁੰਦੇ, ਜੋ ਵੀ ਤੁਹਾਡੀ ਟ੍ਰਾਂਜੈਕਸ਼ਨਸ ਹੁੰਦੀਆਂ, ਉਹਨਾਂ ਨਾਲ ਡੀਲ ਕਰਦੇ ਨੇ। ਕਿਸ ਤਰ੍ਹਾਂ ਟ੍ਰਾਂਜੈਕਸ਼ਨ ਨੂੰ ਮੈਜ਼ਰ ਕਰਨਾ ਹੈ, ਕਿਸ ਤਰ੍ਹਾਂ ਇਵੈਂਟਸ ਨੂੰ ਮੈਜ਼ਰ ਕਰਨਾ, ਉਹਨਾਂ ਲਈ ਡੀਲ ਕਰਦੇ ਨੇ। ਕਿਸ ਤਰ੍ਹਾਂ ਪ੍ਰੈਜੈਂਟੇਸ਼ਨ ਦੇਣੀ ਹੈ ਟ੍ਰਾਂਜੈਕਸ਼ਨ ਤੇ ਇਵੈਂਟਸ ਦੀ, ਉਹਨਾਂ ਲਈ ਡੀਲ ਕਰਦੇ ਨੇ। ਤੇ ਸਹੀ ਤਰੀਕੇ ਨਾਲ ਦੱਸਦੇ ਨੇ ਕਿ ਚੀਜ਼ ਡਿਸਕਲੋਜ਼ ਕਰਨੀ ਹੈ ਪਬਲਿਕ ਤੇ, ਕਿਹੜੀ ਚੀਜ਼ ਸਟੇਕ ਹੋਲਡਰ ਨੂੰ ਪਤਾ ਹੋਣੀ ਚਾਹੀਦੀ ਹੈ, ਕਿਹੜੀ ਚੀਜ਼ ਇਨਵੈਸਟਰ ਨੂੰ ਪਤਾ ਹੋਣੀ ਚਾਹੀਦੀ ਹੈ। ਇਹ ਸਾਰੇ ਚੀਜ਼ਾਂ ਸਾਨੂੰ ਅਕਾਊਂਟਿੰਗ ਸਟੈਂਡਰਡ ਦੱਸਦਾ। ਇਸ ਦੇ ਬੇਸ ਤੇ ਹੀ ਸਾਰਾ ਕੁਝ ਅੱਗੇ ਚੱਲਦਾ। ਸਮਝ ਗਏ? ਇਸੀ ਬੇਸ ਤੇ ਹੀ ਆਪਣਾ ਸਾਰਾ ਕੁਝ ਅੱਗੇ ਚੱਲਦਾ। ਡਨ? ਚਲੋ, ਹੁਣ ਆਪਾਂ ਜੇ ਅਕਾਊਂਟਿੰਗ ਸਟੈਂਡਰਡ ਇੰਡੀਆ ਦੀ ਗੱਲ ਕਰੀਏ, ਆਪਣੇ ਇੰਡੀਆ 'ਚ ਇਸ ਨੂੰ ਫਾਰਮੂਲੇਟ ਕਰਨ ਵਾਲਾ ਕੌਣ ਪਰਸਨ ਸੀ, ਕਿਹੜੀ ਬੋਡੀ ਸੀ? ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ, ਯਾਨੀ ਕਿ ICAI। ਦੈਨ ਇਹ ਇੱਕ ਪ੍ਰੀਮੀਅਰ ਅਕਾਊਂਟਿੰਗ ਬੋਡੀ ਹੈ ਜੋ ਇੱਕ ਲੀਡਰਸ਼ਿਪ ਰੋਲ ਨਿਭਾਉਂਦੀ ਹੈ ਇਹਨਾਂ ਅਕਾਊਂਟਿੰਗ ਸਟੈਂਡਰਡ ਨੂੰ ਕਨਸਟੀਟਿਊਟ ਕਰਨ ਵਿੱਚ। ਤੇ ਇਹਨੇ ਸਭ ਤੋਂ ਪਹਿਲਾਂ ਜੇ ਇਸ ਤਰ੍ਹਾਂ ਦੀ ਰਿਸਪੌਂਸਿਬਿਲਿਟੀ ਸਾਂਭੀ ਉਹ 1977 ਵਿੱਚ ਸਾਂਭੀ। ਤੁਸੀਂ ਕਹੋਗੇ ਚਲੋ ਆਪਾਂ ਇਹ ਤਾਂ ਆਪਣੇ ਇੰਡੀਆ ਦੀ ਗੱਲ ਕਰ ਰਹੇ ਹਾਂ, ਤਾਂ ਇੰਟਰਨੈਸ਼ਨਲ ਕੀ ਸਿਸਟਮ ਚੱਲਦਾ? ਮੈਂ ਤੁਹਾਨੂੰ ਫੇਰ ਦੱਸ ਦਵਾਂ, ਆਪਣੇ ਇੰਡੀਆ 'ਚ ਵੀ ਅਕਾਊਂਟਿੰਗ ਸਟੈਂਡਰਡਸ ਨੇ ਤੇ ਇੰਟਰਨੈਸ਼ਨਲ ਵੀ ਅਕਾਊਂਟਿੰਗ ਸਟੈਂਡਰਡਸ ਨੇ। ਜਿਹੜੇ ਇੰਟਰਨੈਸ਼ਨਲ ਮਤਲਬ ਇੱਕ ਜਿਵੇਂ ਹੁੰਦਾ ਨਾ ਵਰਲਡ, ਜਿਵੇਂ ਕਹਿੰਦੇ ਵਰਲਡ ਦੀ GDP, ਇਸੇ ਤਰੀਕੇ ਨਾਲ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਵੀ ਹੁੰਦੇ ਨੇ, ਜੋ ਇੱਕ ਇੰਟਰਨੈਸ਼ਨਲ ਬੇਸ 'ਤੇ ਹਰੇਕ ਕੰਟਰੀ 'ਚੋਂ ਇੰਸਪਾਇਰ ਹੋ ਕੇ ਦੇਖ ਕੇ ਫਿਰ ਇੱਕ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਵੀ ਬਣਾਏ ਜਾਂਦੇ ਨੇ। ਉਸ ਆਧਾਰ 'ਤੇ ਇੰਟਰਨੈਸ਼ਨਲ ਅਕਾਊਂਟਿੰਗ ਆਧਾਰ 'ਤੇ ਹਰੇਕ ਕੰਟਰੀ ਆਪਣੇ ਅਕਾਊਂਟਿੰਗ ਸਟੈਂਡਰਡ ਬਣਾਉਣ ਲੱਗ ਜਾਂਦੀ ਹੈ, ਕਰਦੀ ਹੈ ਨਾ। ਇਸ ਤਰੀਕੇ ਨਾਲ ਉਸ ਦਾ ਰਿਫਲੈਕਸ਼ਨ ਸਾਨੂੰ ਹਰੇਕ ਕੰਟਰੀ ਵਿੱਚ ਆਪਣੇ ਤਰੀਕੇ ਨਾਲ ਦੇਖਣ ਨੂੰ ਮਿਲਦਾ, ਕਿਉਂਕਿ ਹਰੇਕ ਕੰਟਰੀ ਦੀ ਆਪਣੀ ਇਕੋਨਮੀ ਹੈ, ਆਪਣਾ ਸਿਸਟਮ ਹੈ, ਆਪਣਾ ਬਿਜ਼ਨਸ ਦਾ ਡੀਲ ਹੈ। ਹੁਣ ਜੋ ਚੀਜ਼ ਅਫਰੀਕਾ 'ਚ ਪ੍ਰੋਬਲਮ ਹੈ ਉਹ ਆਪਣੇ ਭਾਰਤ 'ਚ ਪ੍ਰੋਬਲਮ ਨਹੀਂ ਹੈ। ਅਫਰੀਕਾ 'ਚ ਤੁਸੀਂ ਦੇਖੋਗੇ ਮਤਲਬ ਰਿਸੋਰਸਿਸ ਦੀ ਕਮੀ ਹੈ, ਬਹੁਤ ਜ਼ਿਆਦਾ ਕਮੀ ਹੈ। ਆਪਣੇ ਵੀ ਹੈ, ਮੈਂ ਆਪਣੇ ਉਨੀ ਨਹੀਂ ਹੈ ਰਿਸੋਰਸਿਸ ਦੀ ਕਮੀ, ਆਪਣੇ ਮੂਹਰੇ ਉਨੀ ਸਕਿੱਲ ਨਹੀਂ ਹੈ ਉਹਨਾਂ ਰਿਸੋਰਸਿਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕੀਏ, ਉਹਨੂੰ ਇਕਨੋਮਿਕ ਐਕਟੀਵਿਟੀ 'ਚ ਲਿਆ ਸਕੀਏ, ਹੈ ਨਾ। ਰਿਸੋਰਸਿਸ ਦਾ ਭੰਡਾਰ ਹੈ ਆਪਣੇ ਕੋਲ, ਐਸੀ ਗੱਲ ਤਾਂ ਨਹੀਂ ਹੈ। ਸਾਨੂੰ ਤਾਂ ਬੜੀ ਲੇਟ ਪਤਾ ਲੱਗੇ। ਸਮਝ ਗਏ? ਚਲੋ, ਹੁਣ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਵੀ ਦੇਖਣ ਨੂੰ ਮਿਲਦੇ ਆ। ਉਹ ਨਾ ਆਪਣੇ ਭਾਰਤ ਵਿੱਚ ਅਕਾਊਂਟਿੰਗ ਸਟੈਂਡਰਡਸ ਆਉਣ ਤੋਂ ਪਹਿਲਾਂ ਹੀ ਮਤਲਬ ਇਸਟੈਬਲਿਸ਼ ਹੋ ਗਏ ਸੀ। ਸਾਫ਼ ਜੀ ਗੱਲ ਹੈ ਕਿ ਜੇ ਕਿਸੇ ਕੰਟਰੀ ਵਿੱਚ ਅਕਾਊਂਟਿੰਗ ਸਟੈਂਡਰਡ ਆਉਣਗੇ, ਉਹ ਕਿੱਥੋਂ ਰਿਫਲੈਕਸ਼ਨ ਦੇਣਗੇ ਆਪਣੀ, ਉਹ ਕਿੱਥੋਂ ਇੰਸਪਾਇਰ ਹੋਣਗੇ? ਜਦ ਇੰਟਰਨੈਸ਼ਨਲ ਕੋਈ ਅਕਾਊਂਟਿੰਗ ਸਟੈਂਡਰਡ ਆ ਚੁੱਕੇ ਹੋਣਗੇ। ਉਹ 1972 ਵਿੱਚ ਆ ਚੁੱਕੇ ਸੀ ਤੇ ਆਪਣੇ ਆਏ 1977 ਵਿੱਚ। ਇਹ ਤੁਸੀਂ ਧਿਆਨ 'ਚ ਰੱਖਣਾ।
ਹੁਣ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਆਪਣੇ ਜਿਹੜੇ ਇੰਡੀਅਨ ਦੇ ਅਕਾਊਂਟਿੰਗ ਸਟੈਂਡਰਡ ਬਣਨਗੇ ਉਹ ਕਿਸ ਤਰੀਕੇ ਨਾਲ ਬਣਨਗੇ। ਤਾਂ ਸਾਫ਼-ਸਾਫ਼ ਕਿਹਾ ਆਈਸੀਆਈ ਨੇ ਕਿ ਅਸੀਂ ਤਾਂ ਇੰਟਰਨੈਸ਼ਨਲੀ ਲੈ ਕੇ ਚੱਲਾਂਗੇ, ਰਿਫਲੈਕਸ਼ਨ ਲੈ ਕੇ ਚੱਲਾਂਗੇ, ਉਸ ਦਾ ਆਧਾਰ ਬਣਾਵਾਂਗੇ। ਸਮਝ ਗਏ। ਤਾਂ ਇਹਨਾਂ ਨੇ ਕਿਹਾ ਅਕਾਊਂਟਿੰਗ ਸਟੈਂਡਰਡ ਜਿਹੜੇ ਆਪਣੇ ਇੰਡੀਆ ਦੇ ਨੇ ਉਹਨਾਂ ਨੇ ਕੰਸੀਡਰ ਕੀਤਾ ਕਿ ਅਸੀਂ ਇੰਟਰਨੈਸ਼ਨਲ ਜਿਹੜੀ ਆਪਣੇ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡਸ ਹੈ ਜਿਹੜੇ ਇੰਟਰਨੈਸ਼ਨਲੀ ਚੱਲਦੇ ਨੇ ਉਸ ਨੂੰ ਆਪਣਾ ਆਧਾਰ ਬਣਾ ਕੇ ਅਸੀਂ ਆਪਣੇ ਅਕਾਊਂਟਿੰਗ ਸਟੈਂਡਰਡ ਫਰੇਮ ਕਰਾਂਗੇ ਇਨ ਇੰਡੀਆ ਵਿੱਚ। ਡਨ। ਹੁਣ ਇਹ ਧਿਆਨ 'ਚ ਰੱਖਣਾ ਜਿਹੜੇ ਅਕਾਊਂਟਿੰਗ ਸਟੈਂਡਰਡ ਠੀਕ ਹੈ ਨੋਨ ਕੋਆਪਰੇਟ ਲਈ ਯੂਜ਼ ਕੀਤੇ ਜਾਂਦੇ ਨੇ, ਧਿਆਨ ਨਾਲ ਪੜਾ, ਜਿਹੜੀਆਂ ਬਿਨਾਂ ਕੰਪਨੀਆਂ ਤੋਂ ਅਲੱਗ ਜਿਹੜੀਆਂ ਬਾਕੀਆਂ ਜਿਹੜੇ ਐਕਟੀਵਿਟੀਜ਼ ਲਈ ਯੂਜ਼ ਕੀਤੇ ਫਾਈਨੈਂਸ਼ੀਅਲ ਐਕਟੀਵਿਟੀਜ਼ ਲਈ ਯੂਜ਼ ਕੀਤੇ ਜਾਂਦੇ ਨੇ ਉਹ ਤਾਂ ਬਣਾਉਂਦੀ ਹੈ ਆਈਸੀਆਈ। ਠੀਕ ਹੈ। ਕੰਪਨੀਜ਼ ਵਾਸਤੇ ਅਕਾਊਂਟਿੰਗ ਸਟੈਂਡਰਡ ਕੌਣ ਬਣਾਉਂਦਾ ਹੈ? ਸੈਂਟਰਲ ਗਵਰਨਮੈਂਟ ਬਣਾਉਂਦੀ ਹੈ। ਧਿਆਨ 'ਚ ਰੱਖਣਾ। ਨੋਨ ਕਾਰਪੋਰੇਟ ਸੈਕਟਰ ਲਈ ਕੌਣ ਬਣਾਏਗਾ? ਮੈਨੂੰ ਦੱਸ ਸਕਦਾ ਕੋਈ? ਆਈਸੀਆਈ ਬਣਾਏਗੀ, ਯਾਨੀ ਕਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ। ਬਟ ਜੇ ਆਪਾਂ ਗੱਲ ਕਰੀਏ ਕਾਰਪੋਰੇਟ ਸੈਕਟਰ ਲਈ ਕੌਣ ਬਣਾਏਗਾ? ਸੈਂਟਰਲ ਗਵਰਨਮੈਂਟ ਬਣਾਏਗੀ। ਡਨ। ਤਾਂ ਇਸ ਦਾ ਮਤਲਬ ਜੇ ਆਪਾਂ ਗੱਲ ਕਰੀਏ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਨੇ 40 ਸਟੈਂਡਰਡ ਕੱਢੇ ਅਤੇ ਆਪਣੇ ਆਈਸੀਆਈ ਨੇ ਉਸ ਦਾ ਰਿਫਲੈਕਸ਼ਨ ਦੇਖਦੇ ਹੋਏ ਆਪਣੇ 32 ਉਸ ਨੂੰ ਇਸ਼ੂ ਕਰਦੇ। ਠੀਕ ਹੈ। ਹੁਣ ਆਪਾਂ ਨੂੰ ਜਿੰਨਾ ਦੀ ਲੋੜ ਸੀ ਆਪਾਂ ਉਸ ਮੁਤਾਬਿਕ ਚੱਲੇ। ਇਸ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਅਕਾਊਂਟਿੰਗ ਸਟੈਂਡਰਡ ਦੇਖਣ ਨੂੰ ਮਿਲਦੇ ਆ, ਧਿਆਨ 'ਚ ਰੱਖਣਾ। ਡਨ। ਮੈਂ ਤੁਹਾਨੂੰ ਸਾਫ਼ ਕਿਹਾ ਕਿ ਆਪਣੇ ਅਕਾਊਂਟਿੰਗ ਸਟੈਂਡਰਡ ਇੰਟਰਨੈਸ਼ਨਲ ਜਿਹੜੇ ਅਕਾਊਂਟਿੰਗ ਸਟੈਂਡਰਡ ਉਹਨੂੰ ਰਿਫਲੈਕਟ ਕਰਦੇ ਨੇ ਇੱਕ ਤਰੀਕੇ ਨਾਲ। ਉਹਦਾ ਰਿਫਲੈਕਸ਼ਨ ਤੁਹਾਨੂੰ ਉਰੇ ਅਕਾਊਂਟਿੰਗ ਸਟੈਂਡਰਡ 'ਚ ਦੇਖਣ ਨੂੰ ਮਿਲੇਗਾ। ਇਹ ਅਕਾਊਂਟਿੰਗ ਸਟੈਂਡਰਡ ਇੰਪੋਰਟੈਂਟ ਹੈ, ਇਹ ਹੀ ਐਮਸੀਕਿਊ 'ਚ ਪੁੱਛੇ ਜਾਂਦੇ ਨੇ। ਹੁਣ ਇੱਕ ਇੱਕ ਕਰਕੇ ਪੜ੍ਹਦੇ ਹਾਂ। ਅਕਾਊਂਟ ਸਟੈਂਡਰਡ 1 ਕੀ ਕਹਿੰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਅਕਾਊਂਟਿੰਗ ਪੋਲਿਸੀ ਨੂੰ ਡਿਸਕਲੋਜ਼ ਕਰਨਾ ਹੈ। ਆ ਗਈ ਨਾ ਐਕਸ਼ਨ ਦੀ ਗੱਲ, ਆ ਗਈ ਨਾ ਇੱਕ ਪ੍ਰੈਕਟੀਕਲ ਦੀ ਗੱਲ। ਡਨ। ਓਕੇ। ਉਸ ਤੋਂ ਬਾਅਦ ਅਕਾਊਂਟਿੰਗ ਸਟੈਂਡਰਡ 2 ਕੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਇਨਵੈਂਟਰੀ ਨੂੰ ਵੈਲਿਊਏਟ ਕਰਨਾ ਹੈ, ਕਿਸ ਤਰ੍ਹਾਂ ਵੈਲਿਊ ਨੂੰ ਕਿਸ ਤਰ੍ਹਾਂ ਇਨਵੈਂਟਰੀਜ਼ ਨੂੰ ਵੈਲਿਊਏਟ ਕਰਨਾ ਹੈ। ਅਕਾਊਂਟਿੰਗ ਸਟੈਂਡਰਡ 3 ਕੀ ਕਹਿੰਦਾ ਹੈ ਕਿਸ ਤਰ੍ਹਾਂ ਕੈਸ਼ ਫਲੋ ਸਟੇਟਮੈਂਟ ਲੈ ਕੇ ਚੱਲਣੀ ਹੈ, ਕਿਸ ਤਰ੍ਹਾਂ ਕੈਸ਼ ਫਲੋ ਸਟੇਟਮੈਂਟ ਬਣਾਉਣੀ ਹੈ। ਡਨ। ਅਕਾਊਂਟਿੰਗ ਸਟੈਂਡਰਡ 4 ਕੀ ਕਹਿੰਦਾ ਹੈ ਦੱਸੋ ਮੈਨੂੰ ਕਿ ਕਿਸ ਤਰ੍ਹਾਂ ਜਿਹੜੀਆਂ ਕੰਟੀਜੈਂਸੀ ਇਵੈਂਟਸ ਹੁੰਦੇ ਨੇ ਬੈਲੈਂਸ ਸ਼ੀਟ 'ਚ ਉਹ ਕਿਸ ਤਰ੍ਹਾਂ ਲੈ ਕੇ ਚੱਲਣੀਆਂ ਆਪਾਂ ਨੇ। ਅਕਾਊਂਟਿੰਗ ਸਟੈਂਡਰਡ 5 ਕੀ ਕਹਿੰਦਾ ਹੈ ਜਿਹੜਾ ਪ੍ਰੋਫਿਟ ਤੇ ਲੋਸ ਹੈ ਉਸ ਵਿੱਚ ਜਿਹੜੀ ਆਈਟਮਸ ਪਾਣੀ ਹੈ ਉਸ ਵਿੱਚ ਕਿਸ ਤਰ੍ਹਾਂ ਲੈ ਕੇ ਚੱਲਣਾ ਆਪਾਂ ਨੇ। ਡਨ। ਉਸ ਤੋਂ ਬਾਅਦ ਅਕਾਊਂਟਿੰਗ ਸਟੈਂਡਰਡ 6 ਜਿਹੜਾ ਉਹ ਕੀ ਕਹਿੰਦਾ ਹੈ ਡੈਪਰੀਸ਼ੀਏਸ਼ਨ ਅਕਾਊਂਟਿੰਗ ਦੀ ਗੱਲ ਆਖਦਾ। ਸਮਝ, ਜਿਸ ਨੂੰ ਆਪਾਂ ਨੇ 2016 'ਚ ਵਿਡਰੋ ਕਰ ਲਿਆ, ਫਿਰ ਇਸ ਨੂੰ ਬਾਅਦ ਵਿੱਚ ਨਾਮ ਦਿੱਤਾ ਅਕਾਊਂਟਿੰਗ ਸਟੈਂਡਰਡ 10 ਦਾ। ਪਹਿਲੇ ਅਕਾਊਂਟਿੰਗ ਜਿਹੜਾ ਸਟੈਂਡਰਡ ਆ 6 ਜਿਹੜਾ ਉਸ ਵਿੱਚ ਡੈਪਰੀਸ਼ੀਏਸ਼ਨ ਬਾਰੇ ਗੱਲ ਆਖੀ ਹੋਈ ਸੀ, ਮਗਰ 2016 'ਚ ਇਹਨੂੰ ਵਿਡਰੋ ਕਰਕੇ ਬਾਅਦ ਵਿੱਚ ਕੁਝ ਚੇਂਜਸ ਕਰਕੇ ਇਹਨੂੰ ਅਕਾਊਂਟਿੰਗ ਸਟੈਂਡਰਡ 10 ਨਾਮ ਦਿੱਤਾ। ਇਹ ਨਾਲ ਮੈਂ ਇਹ ਵੀ ਦੱਸ ਰਿਹਾ ਕਿ ਇੰਡੀਅਨ ਅਕਾਊਂਟਿੰਗ ਸਟੈਂਡਰਡ ਦੇ ਹਿਸਾਬ 'ਚ ਕੀ ਨੰਬਰ ਹੈ। ਠੀਕ ਹੈ। ਆ ਦੇਖੋ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਹਿਸਾਬ 'ਚ ਇੰਨਾ ਹੈ, ਆਪਣੇ ਹਿਸਾਬ 'ਚ ਇੰਨਾ ਹੈ। ਠੀਕ ਹੈ। ਇਹਦੇ ਹਿਸਾਬ 'ਚ ਇੰਨਾ ਹੈ, ਇਹਦੇ ਹਿਸਾਬ 'ਚ ਇੰਨਾ ਹੈ। ਸਮਝ ਗਏ। ਇਹ ਹੈ ਕਿ ਅਕਾਊਂਟਿੰਗ ਸਟੈਂਡਰਡ ਇੱਕ ਤਰ੍ਹਾਂ ਦਾ ਐਕਸ਼ਨ, ਕਿਸ ਤਰ੍ਹਾਂ ਐਕਸ਼ਨ ਨਿਭਾਉਣਾ ਆਪਾਂ ਨੇ। ਸਮਝ ਗਏ। ਅਕਾਊਂਟਿੰਗ ਸਟੈਂਡਰਡ 7 ਕੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਕੰਸਟਰਕਸ਼ਨ ਕੰਟਰੈਕਟ ਲੈ ਕੇ ਚੱਲਣੇ ਆਪਾਂ ਨੇ, ਜਿਹੜੇ ਕੰਸਟਰਕਸ਼ਨ ਦੇ ਕੰਟਰੈਕਟਸ ਹੁੰਦੇ ਉਹਨਾਂ ਦੀ ਅਕਾਊਂਟਿੰਗ ਕਿਸ ਤਰ੍ਹਾਂ ਹੋਏਗੀ। ਅਕਾਊਂਟਿੰਗ ਸਟੈਂਡਰਡ 7 ਕਹਿੰਦਾ। ਸਮਝ ਕੇ ਜੋ ਫਿਲਹਾਲ ਜੇ ਆਪਾਂ ਗੱਲ ਕਰੀਏ ਉਹਨੂੰ ਖਤਮ ਕਰ ਦਿੱਤਾ ਗਿਆ, ਓਮਿਟ ਕਰ ਦਿੱਤਾ ਗਿਆ। ਡਨ। ਉਸ ਤੋਂ ਬਾਅਦ ਅਕਾਊਂਟਿੰਗ ਸਟੈਂਡਰਡ 8 ਕੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਰਿਸਰਚ ਕਰਨਾ, ਕਿਸ ਤਰ੍ਹਾਂ ਡਿਵੈਲਪਮੈਂਟ ਕਰਨੀ ਹੈ, ਉਸ ਦੀ ਜਿਹੜੀ ਅਕਾਊਂਟਿੰਗ ਹੈ ਉਹ ਕਿਸ ਤਰ੍ਹਾਂ ਹੋਏਗੀ। ਡਨ। ਓਕੇ। ਬਾਅਦ ਵਿੱਚ ਇਸ ਨੂੰ ਵਿਡਰੋ ਕਰ ਦਿੱਤਾ ਗਿਆ, ਫਿਰ ਬਾਅਦ ਵਿੱਚ ਇਹਨੂੰ ਨਵਾਂ ਇਸ ਵਿੱਚ ਕੁਝ ਵਰਸਨਸ ਐਡ ਕਰਕੇ ਅਕਾਊਂਟਿੰਗ ਸਟੈਂਡਰਡ 26 ਲਿਆਉਂਦਾ ਗਿਆ। ਮੈਂ ਨਾਰਾ ਦੱਸ ਰਿਹਾ ਕਿ ਕਿਹੜੇ ਅਕਾਊਂਟਿੰਗ ਸਟੈਂਡਰਡ ਬਾਅਦ ਵਿੱਚ ਰਿਪਲੇਸ ਹੋਏ ਨੇ। ਸਮਝ ਗਏ। ਉਸ ਤੋਂ ਬਾਅਦ 9ਵਾਂ ਕੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਰੈਵਨਿਊ ਰਿਕਗਨਾਈਜੇਸ਼ਨ ਕਰਨਾ ਹੈ। ਠੀਕ ਹੈ। ਅਕਾਊਂਟਿੰਗ ਸਟੈਂਡਰਡ 10 ਕੀ ਕਹਿੰਦਾ ਕਿਸ ਤਰ੍ਹਾਂ ਪ੍ਰੋਪਰਟੀ ਪਲਾਂਟ ਦੇ ਇਕਵਿਪਮੈਂਟ ਨੂੰ ਲੈ ਕੇ ਚੱਲਣਾ, ਉਹਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਹੋਏਗੀ। ਅਕਾਊਂਟਿੰਗ ਸਟੈਂਡਰਡ 11 ਕੀ ਕਹਿੰਦਾ ਕਿਸ ਤਰ੍ਹਾਂ ਸਾਨੂੰ ਫੋਰਨ ਐਕਸਚੇਂਜ ਰੇਟਸ ਵਿੱਚ ਜਿਹੜੇ ਚੇਂਜਸ ਆ ਰਹੇ ਨੇ ਉਹਦਾ ਇਫੈਕਟ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ। ਅਕਾਊਂਟਿੰਗ ਸਟੈਂਡਰਡ 11 ਕਹਿੰਦਾ। 12ਵਾਂ ਕੀ ਕਹਿੰਦਾ ਕਿ ਜਿਹੜੀ ਗਵਰਨਮੈਂਟ ਗ੍ਰਾਂਟ ਦਿੰਦੀ ਹੈ ਉਸ ਦੀ ਅਕਾਊਂਟਿੰਗ ਕਿਸ ਤਰ੍ਹਾਂ ਹੋਏਗੀ। 13ਵਾਂ ਕੀ ਕਹਿੰਦਾ ਕਿ ਜਿਹੜੀ ਆਪਾਂ ਇਨਵੈਸਟਮੈਂਟ ਕਰਦੇ ਹਾਂ ਉਸ ਦੀ ਅਕਾਊਂਟਿੰਗ ਕਿਸ ਤਰ੍ਹਾਂ ਹੋਏਗੀ। ਜਿਹੜੀ ਅਮਲਗਾਮੇਸ਼ਨ ਹੁੰਦੀ ਹੈ ਉਸ ਦੀ ਅਕਾਊਂਟਿੰਗ ਕਿਸ ਤਰ੍ਹਾਂ ਹੋਏਗੀ। ਅਕਾਊਂਟਿੰਗ ਸਟੈਂਡਰਡ 14 ਕਹਿੰਦਾ। 15 ਕੀ ਕਹਿੰਦਾ ਕਿ ਇੰਪਲੋਇਰ ਨੂੰ ਬੈਨੀਫਿਟ ਕਿਸ ਤਰੀਕੇ ਨਾਲ ਮਿਲੇਗਾ। ਅਕਾਊਂਟਿੰਗ 16 ਕੀ ਕਹਿੰਦਾ ਕਿ ਬੋਰਿੰਗ ਕੋਸਟ ਕੀ ਹੋਏਗੀ। 17 ਕੀ ਕਹਿੰਦਾ ਕਿ ਆਪਣੀ ਜਿਹੜੀ ਸੈਗਮੈਂਟ ਰਿਪੋਰਟਿੰਗ ਕਿਸ ਤਰ੍ਹਾਂ ਹੋਏਗੀ। 18 ਕੀ ਕਹਿੰਦਾ ਕਿ ਜਿਹੜੀ ਰਿਲੇਟਿਡ ਪਾਰਟੀ ਡਿਸਕਲੋਜ਼ਰ ਹੈ ਉਹ ਕਿਸ ਤਰ੍ਹਾਂ ਹੋਏਗਾ। 9ਵਾਂ ਕਹਿੰਦਾ ਕਿ ਲੀਜ਼ਸ ਕਿਸ ਤਰ੍ਹਾਂ ਦੇਣੀਆਂ ਨੇ। ਦੈਨ 20 ਕੀ ਕਹਿੰਦਾ ਕਿ ਅਰਨਿੰਗ ਪਰ ਸ਼ੇਅਰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲਣੀ ਨੇ। ਸਮਝ, ਇਸ ਵਿੱਚ ਦੱਸਿਆ ਹੋਇਆ, ਇਸ ਵਿੱਚ ਹੋਰ ਵੀ ਡਿਟੇਲ 'ਚ ਅਕਾਊਂਟ ਸਟੈਂਡਰਡ ਬਾਰੇ ਦੱਸਿਆ ਹੋਇਆ, ਮਗਰ ਉਹ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈ। ਤੁਹਾਡੇ MCQ ਸਿਰਫ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਕਿ ਅਕਾਊਂਟਿੰਗ ਸਟੈਂਡਰਡ 14 ਕੀ ਕਹਿੰਦਾ ਜੀ। ਸਮਝ ਗਏ। ਓਕੇ। ਅਕਾਊਂਟ ਸਟੈਂਡਰਡ 21 ਕੀ ਕਹਿੰਦਾ ਕਿ ਕਿਸ ਤਰ੍ਹਾਂ ਫਾਈਨੈਂਸ਼ੀਅਲ ਸਟੇਟਮੈਂਟ ਕੰਸੋਲੀਡੇਟ ਹੋਣਗੀਆਂ। ਦੈਨ ਅਕਾਊਂਟ ਸਟੈਂਡਰਡ 22 ਕੀ ਕਹਿੰਦਾ ਕਿ ਕਿਸ ਤਰ੍ਹਾਂ ਜਿਹੜੀ ਆਪਣੀ ਇਨਕਮ ਦੀ ਜਿਹੜੇ ਉੱਪਰ ਟੈਕਸਿਸ ਲੱਗ ਰਹੇ ਉਸ ਦੀ ਅਕਾਊਂਟਿੰਗ ਕਿਸ ਤਰ੍ਹਾਂ ਹੋਏਗੀ। ਸਮਝ ਗਏ। ਓਕੇ। ਇਸੇ ਤਰੀਕੇ 23 ਹੈ, ਇਸੇ ਤਰੀਕੇ 24 ਹੈ। ਕਿਸ ਤਰ੍ਹਾਂ ਆਪਾਂ ਨੇ ਆਪਰੇਸ਼ਨ ਡਿਸਕੰਟੀਨਿਊ ਕਰਨਾ। ਮੰਨ ਲਓ ਕੋਈ ਆਪਣਾ ਬਿਜ਼ਨਸ ਚੱਲ ਰਿਹਾ ਸੀ, ਉਸ ਨੂੰ ਆਪਾਂ ਨੇ ਡਿਸਕੰਟੀਨਿਊ ਕਰਨਾ। ਐਵੇਂ ਨਹੀਂ ਤੁਸੀਂ ਡਿਸਕੰਟੀਨਿਊ ਕਰ ਦੋਗੇ, ਉਹਦਾ ਵੀ ਪ੍ਰੋਪਰ ਅਕਾਊਂਟਿੰਗ ਸਟੈਂਡਰਡ ਫੋਲੋ ਕਰਕੇ ਚੱਲੋਗੇ। ਉਸ ਵਿੱਚ ਦੱਸਿਆ ਹੋਇਆ ਕਿ ਤੁਸੀਂ ਕਿਸ ਤਰ੍ਹਾਂ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਵਾਈਂਡ ਅਪ ਲੈ ਕੇ ਚੱਲਣਾ, ਕਿਸ ਤਰ੍ਹਾਂ ਤੁਸੀਂ ਉਸ ਨੂੰ ਖਤਮ ਕਰਦੇ ਜਾ ਰਹੇ ਹੋ। ਅਕਾਊਂਟਿੰਗ ਸਟੈਂਡਰਡ ਕਿਸ ਤਰ੍ਹਾਂ ਤੁਸੀਂ ਰਿਲਾਈਜੇਸ਼ਨ ਕਰਦੇ ਜਾ ਰਹੇ ਹੋ।
ਉਹ ਦੇਖਣਾ ਜ਼ਰੂਰੀ ਹੈ। ਸਮਝ ਗਏ। ਤੇ 25ਵਾਂ ਕੀ ਦੱਸਦਾ ਕਿ ਇੰਟਰਿਮ ਫਾਈਨੈਂਸ਼ੀਅਲ ਰਿਪੋਰਟਿੰਗ ਕਿਸ ਤਰ੍ਹਾਂ ਕਰਨੀ ਹੈ। ਸਮਝ ਗਏ। ਤੇ 26ਵਾਂ ਕੀ ਦੱਸਦਾ ਇੰਟੈਂਜੀਬਲ ਐਸੈਟ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ ਹੈ। ਉਸ ਤੋਂ ਬਾਅਦ ਜਿਹੜੇ ਆਪਣੇ ਜੁਆਇੰਟ ਵੈਂਚਰ ਦੀ ਫਾਈਨੈਂਸ਼ੀਅਲ ਰਿਪੋਰਟਿੰਗ ਕਿਸ ਤਰ੍ਹਾਂ ਹੋਏਗੀ, ਜਿਵੇਂ ਦੋ ਬੰਦੇ ਜੁੜ ਗਏ ਕਿਸੇ ਇੱਕ ਪ੍ਰੋਜੈਕਟ ਲਈ, ਉਹਨੂੰ ਕਹਿੰਦਾ ਜੁਆਇੰਟ ਵੈਂਚਰ, ਉਹ ਹੋਏਗਾ 27ਵਾਂ। 28ਵਾਂ ਕੀ ਹੁੰਦਾ ਕਿ ਕਿਸ ਤਰ੍ਹਾਂ ਐਸੈਟ ਦੇ ਇੰਪੇਅਰਮੈਂਟ ਨੂੰ ਲੈ ਕੇ ਚੱਲਣਾ। ਦੈਨ ਉਸ ਤੋਂ 29ਵਾਂ ਕੀ ਕਹਿੰਦਾ ਕਿ ਕਿਸ ਤਰ੍ਹਾਂ ਪ੍ਰੋਵੀਜ਼ਨਸ ਤੈਅ ਕਰਨੀ ਹੈ, ਕਿਸ ਤਰ੍ਹਾਂ ਕੰਟੀਨਿਊ ਲਾਇਬਿਲਿਟੀ ਨੂੰ ਤੈਅ ਕਰਨਾ ਹੈ, ਕਿਸ ਤਰ੍ਹਾਂ ਕੰਟੀਜੈਂਟ ਐਸੈਟ ਨੂੰ ਤੈਅ ਕਰਨਾ ਹੈ, ਉਹ 29ਵਾਂ ਦੱਸਦਾ। 30ਵਾਂ ਕੀ ਦੱਸਦਾ ਫਾਈਨੈਂਸ਼ੀਅਲ ਇੰਸਟਰੂਮੈਂਟ ਦੀ ਗੱਲ ਆਖਦਾ, ਜਿਸ ਵਿੱਚ ਰੈਕਗਨੀਸ਼ਨ ਤੇ ਮੈਜ਼ਰਮੈਂਟ ਦੀ ਗੱਲਾਂ ਨੂੰ ਪ੍ਰੋਪਰਲੀ ਡਿਟੇਲ 'ਚ ਦੱਸਿਆ ਹੋਇਆ ਹੈ। ਦੈਨ 31ਵਾਂ ਕੀ ਕਹਿੰਦਾ ਫਾਈਨੈਂਸ਼ੀਅਲ ਇੰਸਟਰੂਮੈਂਟ ਨੂੰ ਪ੍ਰੈਜੈਂਟੇਸ਼ਨ ਕਿਵੇਂ ਦੇਣੀ ਹੈ। 32ਵਾਂ ਕੀ ਕਹਿੰਦਾ ਫਾਈਨੈਂਸ਼ੀਅਲ ਇੰਸਟਰੂਮੈਂਟ ਨੂੰ ਡਿਸਕਲੋਜ਼ ਕਿਸ ਤਰ੍ਹਾਂ ਕਰਨਾ ਹੈ। ਇਹ ਸਾਰੀ ਗੱਲਾਂ ਜਿਹੜੀਆਂ ਇਹ ਯਾਦ ਰੱਖਣੀਆਂ ਆਪਾਂ ਨੇ। ਦੈਨ ਇਹਨਾਂ ਨੂੰ ਇੱਕ ਰੋਜ਼ ਆਪਣੇ ਦੀਵਾਰ ਦੇ ਕੋਲ ਲਗਾ ਲਓ, ਮਤਲਬ ਦੀਵਾਰ ਕਹਿ ਗਿਆ, ਮਤਲਬ ਜਿੱਥੇ ਤੁਸੀਂ ਸੌਂਦੇ ਨਾ ਉੱਥੇ ਦੀਵਾਰ ਦੇ ਤੁਸੀਂ ਇਹਨੂੰ ਮਤਲਬ ਲਿਖ ਲਓ, ਨੋਟਸ ਬਣਾ ਕੇ ਲਿਖ ਲਓ, ਤਾਂ ਰੋਜ਼ ਪੜ੍ਹਦੇ ਰਹੋ। ਸਮਝ ਗਏ। ਰੋਜ਼ ਪੜ੍ਹਦੇ ਰਹਿਣਾ ਆਪਾਂ ਨੇ। ਉਸ ਤੋਂ ਬਾਅਦ ਹੁਣ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਕੀ ਹੁੰਦੇ ਨੇ, ਕੋਈ ਦੱਸ ਸਕਦਾ ਮੈਨੂੰ। ਇਹ ਕੀ ਇੱਕ ਤਰ੍ਹਾਂ ਦੇ ਅਕਾਊਂਟਿੰਗ ਸਟੈਂਡਰਡ ਹੈ ਜੋ ਕਿਸੇ ਨੇ ਪ੍ਰੀਪੇਅਰ ਕੀਤੇ ਹੈ, ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਬੋਰਡ ਨੇ ਪ੍ਰੀਪੇਅਰ ਕੀਤੇ ਹੈ। ਇੱਕ ਗਲੋਬਲ ਫਰੇਮਵਰਕ ਦਿੰਦਾ ਹੈ, ਜਿਹੜੇ ਆਪਾਂ ਆਪਣੇ ਅਕਾਊਂਟਿੰਗ ਸਟੈਂਡਰਡ ਬੋਰਡ ਹੈ ਉਹ ਆਪਣੇ ਇੰਡੀਆ ਦੇ ਦਿੰਦੇ ਆ, ਮਗਰ ਉਹਨਾਂ ਨੂੰ ਉਹ ਇੰਸਪਾਇਰ ਕਿਸ ਤੋਂ ਹੋਏ ਨੇ, ਇਸੇ ਤੋਂ ਹੀ ਹੋਏ ਨੇ। ਠੀਕ ਹੈ। ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਤੋਂ ਇੰਸਪਾਇਰ ਹੋ ਕੇ ਆਪਾਂ ਨੇ ਆਪਣੇ ਅਕਾਊਂਟਿੰਗ ਸਟੈਂਡਰਡ ਬਣਾਏ ਨੇ। ਇੱਕ ਗਲੋਬਲ ਫਰੇਮਵਰਕ ਦਿੰਦਾ ਹੈ ਕਿਸ ਤਰ੍ਹਾਂ ਪਬਲਿਕ ਕੰਪਨੀਆਂ ਪ੍ਰੀਪੇਅਰ ਕਰਨਗੀਆਂ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟ ਤੇ ਕਿਸ ਤਰ੍ਹਾਂ ਡਿਸਕਲੋਜ਼ ਕਰਨਗੀਆਂ। ਡਨ। ਫਿਰ ਇਸੇ ਤਰੀਕੇ ਨਾਲ ਹੁਣ ਇਹ ਆਪਣੇ 16 ਜਿਹੜੇ ਨੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਨੇ, ਇਹਨਾਂ ਨੂੰ ਆਧਾਰ ਬਣਾ ਕੇ ਅਸੀਂ ਆਪਣੇ ਇਹ ਅਕਾਊਂਟਿੰਗ ਸਟੈਂਡਰਡ ਬਣਾਏ ਨੇ। ਇਹ ਧਿਆਨ 'ਚ ਰੱਖਣਾ। ਡਨ। ਇੱਕ ਵਾਰੀ ਇਹ ਵੀ ਦੇਖ ਲਓ ਤੁਸੀਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਪਹਿਲਾ ਕਹਿੰਦਾ ਕਿ ਕਿਸ ਤਰ੍ਹਾਂ ਆਪਾਂ ਨੇ ਇੰਟਰਨੈਸ਼ਨਲ ਰਿਪੋਰਟਿੰਗ ਸਟੈਂਡਰਡ ਨੂੰ ਅਡਾਪਟ ਕਰਨਾ ਹੈ। ਠੀਕ ਹੈ। ਉਸ ਦੇ ਬਾਰੇ ਗੱਲ ਆਖਦਾ। ਦੂਜਾ ਕੀ ਕਹਿੰਦਾ ਕਿ ਕਿਸ ਤਰ੍ਹਾਂ ਪੇਮੈਂਟ ਸਿਸਟਮ ਦਾ ਸ਼ੇਅਰ ਕਿਸ ਤਰ੍ਹਾਂ ਹੋਏਗਾ। ਦੈਨ ਤੀਜਾ ਕੀ ਕਹਿੰਦਾ ਕਿ ਕਿਸ ਤਰ੍ਹਾਂ ਬਿਜ਼ਨਸ ਕੰਬੀਨੇਸ਼ਨਸ ਚੱਲਣਗੀਆਂ। ਚੌਥਾ ਇੰਸ਼ੋਰੈਂਸ ਕੰਟਰੈਕਟ ਦੀ ਗੱਲ ਆਖਦਾ। ਪੰਜਵਾਂ ਨੋਨ ਕਰੰਟ ਐਸੈਟ ਦੀ ਗੱਲ ਆਖਦਾ। ਤੇ 6ਵਾਂ ਜਿਹੜਾ ਉਹ ਆਪਣਾ ਮਿਨਰਲ ਰਿਸੋਰਸਿਸ ਬਾਰੇ ਗੱਲਾਂ ਆਖਦਾ। 7ਵਾਂ ਜਿਹੜਾ ਫਾਈਨੈਂਸ਼ੀਅਲ ਇੰਸਟਰੂਮੈਂਟ ਬਾਰੇ ਗੱਲਾਂ ਆਖਦਾ। 8ਵਾਂ ਜਿਹੜਾ ਆਪਰੇਟਿੰਗ ਸੈਗਮੈਂਟਸ ਬਾਰੇ ਗੱਲਾਂ ਆਖਦਾ। 9ਵਾਂ ਜਿਹੜਾ ਫਾਈਨੈਂਸ਼ੀਅਲ ਇੰਸਟਰੂਮੈਂਟ ਬਾਰੇ ਗੱਲਾਂ ਆਖਦਾ। 10ਵਾਂ ਜਿਹੜਾ ਕੰਸੋਲੀਡੇਟਡ ਫਾਈਨੈਂਸ਼ੀਅਲ ਸਟੇਟਮੈਂਟ ਬਾਰੇ ਗੱਲਾਂ ਆਖਦਾ। 11ਵਾਂ ਜਿਹੜਾ ਜੁਆਇੰਟ ਅਰੇਂਜਮੈਂਟਸ ਬਾਰੇ ਗੱਲਾਂ ਆਖਦਾ। 12ਵਾਂ ਜਿਹੜਾ ਡਿਸਕਲੋਜ਼ ਕਰਦਾ ਹੈ ਕਿ ਕਿਸ ਤਰ੍ਹਾਂ ਇੰਟਰਸਟ ਨੂੰ ਲੈ ਕੇ ਚੱਲਣਾ ਆਪਾਂ ਨੇ। ਡਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 13ਵਾਂ ਜਿਹੜਾ ਫੇਅਰ ਵੈਲਿਊ ਮੈਜ਼ਰਮੈਂਟ ਨੂੰ ਗੱਲਾਂ ਆਖਦਾ। 14ਵਾਂ ਜਿਹੜਾ ਰੈਗੂਲੇਟਰੀ ਡੈਫਰਲ ਅਕਾਊਂਟ ਬਾਰੇ ਗੱਲਾਂ ਆਖਦਾ। 15ਵਾਂ ਜਿਹੜਾ ਰੈਵਨਿਊ ਫਰੋਮ ਕੰਟਰੈਕਸ਼ਨ ਕਸਟਮਰ ਬਾਰੇ ਗੱਲਾਂ ਆਖਦਾ। 16ਵਾਂ ਜਿਹੜਾ ਲੀਜ਼ਸ ਬਾਰੇ ਗੱਲਾਂ ਆਖਦਾ। ਡਨ। ਤਾਂ ਆਪਾਂ ਨੇ ਇਸ ਨੂੰ ਹੀ ਕਿਉਂ ਨਹੀਂ ਸਿੱਧਾ ਕਾਪੀ ਕਰ ਲਿਆ, ਇਸ ਦਾ ਵੀ ਅੱਗੇ ਡਿਫਰੈਂਸ ਜਿਹੜਾ ਤੁਹਾਨੂੰ ਮੈਂ ਅੱਗੇ ਦੱਸਾਂਗਾ, ਸਮਝਾਵਾਂਗਾ ਅੱਗੇ। ਦੈਨ ਆ ਹੀ ਗਿਆ ਆਪਣਾ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਤੇ ਆਪਣੇ ਜਨਰਲੀ ਸੈਪਰੇਟ ਅਕਾਊਂਟਿੰਗ ਪ੍ਰਿੰਸੀਪਲ। ਕਹਿੰਦੇ ਇਹਨਾਂ ਦੋਨਾਂ 'ਚ ਡਿਫਰੈਂਸ ਕੀ ਹੈ। ਪਹਿਲੀ ਗੱਲ ਤਾਂ ਇਹ ਜਿਹੜੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਹੈ ਉਹ ਪ੍ਰਿੰਸੀਪਲ ਬੇਸਡ ਹੈ, ਮਗਰ ਜਿਹੜੇ ਆਪਣੇ ਗੈਪ ਹੈ ਜਨਰਲੀ ਅਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ ਹੈ, ਠੀਕ ਹੈ, ਉਹ ਰੂਲ ਬੇਸਡ ਹੈ। ਇਹ ਧਿਆਨ 'ਚ ਰੱਖਣਾ। ਡਨ। ਤੇ ਜੇ ਆਪਾਂ ਆਪਣੇ ਇੰਡੀਅਨ ਲੋਜ਼ ਦੀ ਗੱਲਾਂ ਆਖੀਏ, ਜਿਹੜੀ ਬੈਲੈਂਸ ਸ਼ੀਟ ਪ੍ਰੀਪੇਅਰ ਕੀਤੀ ਜਾਂਦੀ ਹੈ ਆਪਣੀ, ਧਿਆਨ ਰੱਖਣਾ ਜਿਹੜੀ ਆਪਣੀ ਬੈਲੈਂਸ ਸ਼ੀਟ ਪ੍ਰੀਪੇਅਰ ਕੀਤੀ ਜਾਂਦੀ ਹੈ ਉਹ ਸ਼ਡਿਊਲ 3 ਆਫ ਕੰਪਨੀ ਐਕਟ 2030 ਦੇ ਮੁਤਾਬਿਕ ਪ੍ਰੀਪੇਅਰ ਕੀਤੀ ਜਾਂਦੀ ਹੈ। ਤੇ ਜਿਹੜਾ ਡੈਪਰੀਸੀਏਸ਼ਨ ਪ੍ਰੀਪੇਅਰ ਕੀਤਾ ਜਾਂਦਾ ਉਹ ਸ਼ਡਿਊਲ 2 ਦੇ ਮੁਤਾਬਿਕ ਪ੍ਰੀਪੇਅਰ ਕੀਤਾ ਜਾਂਦਾ। ਡਨ। ਤਾਂ ਇਹ ਚੀਜ਼ਾਂ ਜਿਹੜੀਆਂ ਗੱਲਾਂ ਆਖੀਆਂ ਹੋਈਆਂ ਅਕਾਊਂਟ, ਜੇ ਆਪਾਂ ਨੇ ਬੈਲੈਂਸ ਸ਼ੀਟ ਨੂੰ ਪ੍ਰੀਪੇਅਰ ਕਰਨਾ ਤਾਂ ਸ਼ਡਿਊਲ 3 ਨੂੰ ਫੋਲੋ ਕਰਾਂਗੇ ਕੰਪਨੀ ਐਕਟ 2013 ਦੇ, ਤੇ ਡੈਪਰੀਸੀਏਸ਼ਨ ਨੂੰ ਚਾਰਜ ਕਰਨਾ ਤਾਂ ਆਪਾਂ ਸ਼ਡਿਊਲ 2 ਨੂੰ ਫੋਲੋ ਕਰਾਂਗੇ। ਇਹ ਚੀਜ਼ਾਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਨਹੀਂ ਦੱਸਦਾ। ਤਾਂ ਇੱਕ ਇਹ ਮੇਜਰ ਡਿਫਰੈਂਸ ਹੈ ਇਹਨਾਂ ਵਿੱਚ। ਤਾਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਜਿਹੜੇ ਨੇ ਉਹ ਫੇਅਰ ਵੈਲਿਊ ਬੇਸਡ ਨੇ, ਬਟ ਆਪਣੇ ਜਿਹੜੇ ਜਨਰਲੀ ਜੇ ਅਕਾਊਂਟਿੰਗ ਸਟੈਂਡਰਡ ਦੀ ਗੱਲਾਂ ਆਖ ਲਈਏ ਉਹ ਹਿਸਟੋਰੀਕਲ ਬੇਸਡ ਨੇ, ਜਿਵੇਂ ਤੁਹਾਨੂੰ ਪਿੱਛੇ ਸਮਝਾਇਆ ਵੀ ਸੀ। ਸਮਝ ਗਏ। ਕਹਿੰਦੇ ਹੁਣ ਇੰਡੀਆ ਕੋਲ ਦੋ ਆਪਸ਼ਨ ਸੀ, ਜਾਂ ਤਾਂ ਉਹ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਨੂੰ ਫੋਲੋ ਕਰ ਲਵੇ, ਠੀਕ ਹੈ, ਜਾਂ ਤਾਂ ਇਹਨਾਂ ਨੂੰ ਫੋਲੋ ਕਰ ਲਵੇ, ਜਾਂ ਇਹ ਕਰ ਸਕਦੀ ਸੀ ਕਿ ਇਹਨਾਂ ਸਟੈਂਡਰਡਸ ਨੂੰ ਆਪਣੇ ਇੰਡੀਅਨ ਅਕਾਊਂਟਿੰਗ ਸਟੈਂਡਰਡ ਵਿੱਚ ਕਨਵਰਜ ਕਰ ਸਕਦੀ ਸੀ, ਮਤਲਬ ਉੱਥੋਂ ਇੰਸਪਾਇਰ ਹੋ ਕੇ ਆਪਣੇ ਇੰਡੀਅਨ ਅਕਾਊਂਟਿੰਗ ਸਟੈਂਡਰਡ ਬਣਾ ਸਕਦੀ ਸੀ। ਤਾਂ ਫਿਰ ਇੰਡੀਆ ਨੇ ਆਪਣਾ ਸੈਕੰਡ ਆਪਸ਼ਨ ਚੁਣਿਆ। ਉਹਨਾਂ ਨੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡ ਨੂੰ ਮਤਲਬ ਆਧਾਰ ਬਣਾ ਕੇ ਆਪਣੇ ਇੰਡੀਅਨ ਅਕਾਊਂਟਿੰਗ ਸਟੈਂਡਰਡ ਬਣਾਏ। ਸਮਝ ਗਏ। ਓਕੇ, ਠੀਕ ਹੈ। ਤੇ ਇੰਡੀਆ ਨੇ ਜਿਹੜਾ ਜਨਰਲ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ ਹੈ ਉਹ ਕੌਣ ਇਸ਼ੂ ਕਰਦਾ ਹੈ? ਕਾਉਂਸਲ ਆਫ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ। ਡਨ। ਤਾਂ ਇਸ ਦਾ ਆਧਾਰ ਆਪਾਂ ਜੇ ਆਪਾਂ ਅੱਗੇ ਦੇਖੀਏ, ਜੇ ਇੰਡੀਅਨ ਅਕਾਊਂਟਿੰਗ ਸਟੈਂਡਰਡਸ ਜਿਹੜੇ ਨੇ ਉਹ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਦੇ ਬੇਸ ਦੇ ਆਧਾਰ ਤੇ ਬਣੇ ਨੇ, ਤਾਂ ਉਸ ਵਿੱਚ ਕੁਝ ਚੀਜ਼ਾਂ ਆਖੀਆਂ ਹੋਈਆਂ ਨੇ ਕਿ ਇਹ ਇੰਡੀਅਨ ਅਕਾਊਂਟਿੰਗ ਸਟੈਂਡਰਡਸ ਨੋਟੀਫਾਈ ਕੀਤੇ ਗਏ ਕੰਪਨੀ ਐਕਟ 2013 ਦੇ ਅੰਡਰ। ਡਨ। ਜਿਸ ਵਿੱਚ ਉਹਨਾਂ ਨੇ ਕੁਝ ਚੀਜ਼ਾਂ ਨੂੰ ਇਸ ਵਿੱਚ ਗੱਲਾਂ ਆਖੀਆਂ ਕਿ ਜਿਹੜੇ ਸਟਾਕ ਐਕਸਚੇਂਜ ਹੋਣਗੇ ਲਿਸਟਡ ਹੋਣਗੇ ਨੇ ਇੰਡੀਆ ਵਿੱਚ, ਤੇ ਜਿਨ੍ਹਾਂ ਦੀ ਨੈਟਵਰਥ 250 ਕਰੋੜ ਤੋਂ ਉੱਪਰ ਹੋਏਗੀ, ਤੇ ਜਿਨ੍ਹਾਂ ਦਾ ਹੋਲਡਿੰਗ ਸਬਸਿਡਰੀ ਐਸੋਸੀਏਟਡ ਜੁਆਇੰਟ ਵੈਂਚਰ ਹੋਣਗੀਆਂ, ਉਹ ਇਸ ਨੂੰ ਫੋਲੋ ਕਰਕੇ ਚੱਲਣਗੀਆਂ ਅਕਾਊਂਟਿੰਗ ਸਟੈਂਡਰਡਸ ਨੂੰ। ਦੈਨ ਜੋ ਐਪਲੀਕੇਬਲ ਕੰਪਨੀਜ਼ ਹੈ, ਜੋ ਇਹਨਾਂ ਦੇ ਆਧਾਰ ਬਣਨਗੀਆਂ, ਜੋ ਇਹਨਾਂ ਨੂੰ ਫੋਲੋ ਕਰਕੇ ਚੱਲਣਗੀਆਂ, ਉਹਦੇ ਲਈ ਇਹ ਰਿਕੁਆਇਰਮੈਂਟ ਹੈ। ਦੈਨ
ਉਸ ਤੋਂ ਬਾਅਦ ਜੇ ਆਪਾਂ ਗੱਲ ਰੱਖੀਏ ਫਾਈਨੈਂਸ਼ੀਅਲ ਸਟੇਟਮੈਂਟ ਆਫ ਇੰਡੀਅਨ ਅਕਾਊਂਟਿੰਗ ਸਟੈਂਡਰਡ ਜਿਹੜੀ ਹੈ ਉਹ ਕਿਸ ਤਰ੍ਹਾਂ ਲੈ ਕੇ ਚੱਲਦੇ ਨੇ, ਠੀਕ ਹੈ। ਅਕਾਊਂਟਿੰਗ ਸਟੈਂਡਰਡ 'ਚ ਜਿਹੜੀ ਮੇਜਰ ਚੀਜ਼ਾਂ ਉਹ ਕਿਸ ਤਰ੍ਹਾਂ ਚੱਲਦੀਆਂ ਨੇ, ਇਹ ਧਿਆਨ 'ਚ ਰੱਖਣਾ ਹੈ। ਕਹਿੰਦੇ ਸਭ ਤੋਂ ਪਹਿਲੀ ਗੱਲ ਅਕਾਊਂਟ ਸਟੈਂਡਰਡ ਕਹਿੰਦਾ ਕਿ ਜਿਹੜੀ ਬੈਲੈਂਸ ਸ਼ੀਟ ਹੈ ਉਹ ਐਂਡ ਆਫ ਦਾ ਪੀਰੀਅਡ ਬਣੇਗੀ, ਸਮਝ ਗਏ। ਤੇ ਪ੍ਰੋਫਿਟ ਐਂਡ ਲੋਸ ਵੀ ਐਂਡ ਆਫ ਦਾ ਪੀਰੀਅਡ ਬਣੇਗਾ, ਕੋਈ ਵੀ 6 ਮਹੀਨੇ ਬਾਅਦ ਕੋਈ ਵੀ ਮਤਲਬ ਸਟੇਟਮੈਂਟ ਨਹੀਂ ਬਣਨਗੀਆਂ, ਇਹ ਤੁਸੀਂ ਧਿਆਨ 'ਚ ਰੱਖਣਾ। ਦੈਨ ਜਿਹੜੀ ਵੀ ਸਟੇਟਮੈਂਟ ਇਕੁਇਟੀ ਦੀ ਚੇਂਜ ਹੋਣੀ ਹੈ ਉਹ ਵੀ ਇਨ ਦਾ ਲਾਸਟ ਹੀ ਹੋਣੀ ਹੈ। ਜਿਹੜੀ ਕੈਸ਼ ਫਲੋ ਦੀ ਸਟੇਟਮੈਂਟ ਬਣਨੀ ਹੈ ਉਹ ਵੀ ਲਾਸਟ 'ਚ ਬਣੇਗੀ, ਠੀਕ ਹੈ। ਨਹੀਂ ਇਹ ਲਾਸਟ ਦੀ ਗੱਲ ਨਹੀਂ ਕਿ ਇਹ ਫੋਰ ਦੀ ਪੀਰੀਅਡ ਦੀ ਗੱਲ ਕੀ ਹੈ, ਹੋ ਸਕਦਾ 4 ਮਹੀਨੇ 5 ਮਹੀਨੇ। ਦੈਨ ਓਕੇ, ਇਹ ਤੁਸੀਂ ਧਿਆਨ 'ਚ ਰੱਖਣਾ, ਠੀਕ ਹੈ। ਬਾਕੀ ਚੀਜ਼ਾਂ ਵੈਸੇ ਇੰਨੀਆਂ ਧਿਆਨ 'ਚ ਰੱਖਣ ਵਾਲੀ ਹੈ ਨਹੀਂ, ਬਟ ਤੁਸੀਂ ਤਾਂ ਵੀ ਧਿਆਨ 'ਚ ਰੱਖ ਸਕਦੇ ਹੋ ਇਹਨਾਂ ਨੂੰ ਚੀਜ਼ਾਂ ਨੂੰ ਆਪਾਂ ਕਿਸ ਤਰ੍ਹਾਂ ਲੈ ਕੇ ਚੱਲਣਾ। ਦੈਨ ਅਕਾਊਂਟਿੰਗ ਸਟੈਂਡਰਡ ਨੇ ਸਪੈਸ਼ਲੀ ਪ੍ਰਿਸਕ੍ਰਾਈਬ ਕੀਤਾ ਕਿ ਐਵਰੀ ਕੰਪਨੀ ਸ਼ੈਲ ਵੈਲਿਊ ਇਟਸ ਫਾਈਨੈਂਸ਼ੀਅਲ ਐਸੈਟ ਐਟ ਅ ਫੇਅਰ ਵੈਲਿਊ ਵੇਅਰ ਆਰ ਅਦਰ ਐਸੈਟ ਕੈਨ ਵੈਲਿਊ ਇਟਸ ਹਿਸਟੋਰੀਕਲ ਕੋਸਟ। ਧਿਆਨ ਨਾਲ ਸਮਝੋ ਕਿ ਜਿਹੜੇ ਫਾਈਨੈਂਸ਼ੀਅਲ ਐਸੈਟਸ ਨੇ ਜਿਵੇਂ ਕਿ ਸਿਕਿਉਰਿਟੀਜ਼ ਹੋ ਗਈਆਂ ਉਹਨਾਂ ਨੂੰ ਆਪਣੇ ਫੇਅਰ ਵੈਲਿਊ 'ਤੇ ਲੈ ਕੇ ਚੱਲਣਾ, ਯਾਨੀ ਕਿ ਇਸ ਟਾਈਮ ਕਰੰਟ ਪੋਜੀਸ਼ਨ ਕੀ ਚੱਲ ਰਹੀ ਹੈ ਜੋ ਫੇਅਰ ਵੈਲਿਊ ਹੋਏਗੀ ਉਹਦੀ। ਤੇ ਬਾਕੀ ਜਿਹੜੇ ਐਸੈਟਸ ਨੇ ਅਦਰ ਐਸੈਟ ਫਰਨੀਚਰ ਵਗੈਰਾ ਹੋ ਗਏ, ਲੈਂਡ ਐਂਡ ਬਿਲਡਿੰਗ ਹੋ ਗਈ, ਉਹ ਹਿਸਟੋਰੀਕਲ ਕੋਸਟ 'ਤੇ ਲੈ ਕੇ ਚੱਲਣੀ ਹੈ। ਇਹ ਚੀਜ਼ ਯਾਦ ਰੱਖਣਾ, ਸਮਝ ਗਏ, ਓਕੇ। ਤੇ ਇਸ ਤੋਂ ਬਾਅਦ ਦੇਖੋਗੇ ਜਿਹੜੀ ਫੇਅਰ ਵੈਲਿਊ ਜਿਹੜਾ ਪ੍ਰਾਈਸ ਹੈ ਉਹ ਜਿਹੜਾ ਰਿਸੀਵ ਹੁੰਦਾ ਉਹ ਜਦ ਆਪਾਂ ਐਸੈਟ ਸੋਲਡ ਕਰਦੇ ਹਾਂ ਤੇ ਟ੍ਰਾਂਸਫਰ ਕਰਦੇ ਹਾਂ ਇਨ ਆ ਲਾਇਬਿਲਿਟੀ ਤੇ ਟ੍ਰਾਂਜੈਕਸ਼ਨ ਜਿਹੜੀ ਮਾਰਕੀਟ ਵਿੱਚ ਹੁੰਦੀ ਹੈ ਉਸ ਹਿਸਾਬ ਸੇ ਦੇਖਣੀ ਆਪਾਂ ਨੇ ਕਿ ਮੈਜ਼ਰਮੈਂਟ ਕਿਸ ਤਰ੍ਹਾਂ ਕਰਨਾ ਆਪਾਂ ਨੇ, ਠੀਕ ਹੈ। ਅਕਾਊਂਟਿੰਗ ਸਟੈਂਡਰਡ ਜਿਹੜੇ ਆਪਣੇ ਪ੍ਰਿੰਸੀਪਲ ਬੇਸਡ ਨੇ, ਇਹ ਧਿਆਨ ਰੱਖਣਾ। ਦੈਨ ਸੋ ਇਹ ਸੀ ਆਪਣੀ ਸਾਰੇ ਅਕਾਊਂਟਿੰਗ ਸਟੈਂਡਰਡ। ਇਹ ਤੋਂ ਮੇਨ ਚੀਜ਼ ਯਾਦ ਕੀ ਰੱਖਣੀ ਹੈ, ਇਹ ਤਾਂ ਤੁਹਾਨੂੰ ਸਮਝਾਉਣ ਲਈ ਕਿ ਹੈ ਮੇਨ ਚੀਜ਼ਾਂ ਤੁਹਾਨੂੰ ਇਹੀ ਯਾਦ ਰੱਖਣੀ ਹੈ, ਮੇਨ ਅਕਾਊਂਟਿੰਗ ਸਟੈਂਡਰਡ ਤੁਹਾਨੂੰ ਇਹੀ ਯਾਦ ਰੱਖਣੇ ਨੇ, ਠੀਕ ਹੈ। ਇਹ ਸਾਰੇ ਤੁਸੀਂ ਯਾਦ ਰੱਖਣੇ ਨੇ, ਠੀਕ ਹੈ। ਇਹ ਤੁਸੀਂ ਆਪਣੇ ਨੋਟਸ ਬਣਾ ਲਓ ਤੇ ਇਸ ਵਿੱਚ ਤੁਸੀਂ ਮਤਲਬ ਲਗਾ ਕੇ ਮਤਲਬ ਚਿਪਕਾ ਲਓ ਆਪਣੇ ਦੀਵਾਰ 'ਤੇ। ਡਨ। ਸੋ ਥੈਂਕ ਯੂ ਵੈਰੀ ਮਚ।